बेटा हुण आपां 8वीं क्लास ਦੇ ਅਧਿਆਇ 6ਵੀਂ ਦੀ ਅਭਿਆਸ 6.1 ਦਾ ਦੂਜਾ ਸਵਾਲ ਕਰਨ ਜਾ ਰਹੇ ਹਾਂ। ਦੂਜਾ ਸਵਾਲ ਧਿਆਨ ਨਾਲ ਸੁਣਨਾ ਬੇਟਾ। ਹੇਠਾਂ ਲਿਖੀਆਂ ਸੰਖਿਆਵਾਂ ਸਪਸ਼ਟ ਰੂਪ ਵਿੱਚ ਪੂਰਨ ਵਰਗ ਸੰਖਿਆਵਾਂ ਨਹੀਂ ਹਨ, ਇਸ ਦਾ ਕਾਰਨ ਦੱਸੋ। ਇਸ ਸਵਾਲ ਦੇ ਵਿੱਚ ਤਾਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਇਹ ਸੰਖਿਆਵਾਂ ਵਰਗ ਸੰਖਿਆਵਾਂ ਨਹੀਂ ਹਨ, ਬਸ ਤੁਸੀਂ ਕਾਰਨ ਦੱਸਣੇ ਨੇ। ਪਰ ਜ਼ਰੂਰੀ ਨਹੀਂ ਕਿ ਜਦ ਐਗਜ਼ਾਮ ਦੇ ਵਿੱਚ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਉਹਦੇ ਵਿੱਚ ਸਿੱਧਾ ਲਿਖਿਆ ਹੋਏਗਾ ਕਿ ਇਹਦਾ ਸਿਰਫ ਕਾਰਨ ਦੱਸੋ ਅਤੇ ਤੁਹਾਨੂੰ ਕਹਿ ਦਿੱਤਾ ਗਿਆ ਹੋਊਗਾ ਕਿ ਇਹ ਵਰਗ ਸੰਖਿਆ ਨਹੀਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਤਾ ਕਰੋ ਕਿ ਇਹ ਵਰਗ ਸੰਖਿਆ ਹੈ ਜਾਂ ਨਹੀਂ। ਪਰ ਕੁਛ ਇੱਦਾਂ ਦੇ ਟਿਪਸ ਸਾਡੇ ਕੋਲ ਪਹਿਲਾਂ ਹੀ ਹੈਗੀਆਂ ਕਿ ਸਾਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਵਰਗ ਸੰਖਿਆ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜੇ ਕਿਸੇ ਵੀ ਸੰਖਿਆ ਦਾ ਇਕਾਈ ਅੰਕ 2, 3, 7 ਜਾਂ 8 ਦੇ ਵਿੱਚੋਂ ਹੈ ਤਾਂ ਉਹ ਸੰਖਿਆ ਕਦੇ ਪੂਰਨ ਵਰਗ ਨਹੀਂ ਹੋ ਸਕਦੀ। ਅਤੇ ਤੁਸੀਂ ਪਹਿਲਾ ਸਵਾਲ ਦੇਖੋ, ਉਹਦਾ ਇਕਾਈ ਅੰਕ ਕਿੰਨਾ ਹੈ? 7 ਹੈ, ਅਤੇ ਇਸ ਕਰਕੇ ਕਦੇ ਵਰਗ ਸੰਖਿਆ ਨਹੀਂ ਹੋ ਸਕਦੀ। ਮੈਂ ਲਿਖ ਲਿਆ ਇਹ ਪੂਰਨ ਵਰਗ ਸੰਖਿਆ ਨਹੀਂ ਹੈ, ਕਿਉਂਕਿ ਇੱਕ ਵਰਗ ਸੰਖਿਆ ਦਾ ਇਕਾਈ ਅੰਕ 2, 3, 7 ਜਾਂ 8 ਨਹੀਂ ਹੋ ਸਕਦਾ। ਇਹਦਾ ਸੈਕਿੰਡ ਪਾਰਟ ਦੇਖੋ, ਉਹਦੇ ਵਿੱਚ ਇਕਾਈ ਅੰਕ ਕਿੰਨਾ ਹੈ? 3। ਫਿਰ ਉਹੀ ਗੱਲ ਆ ਗਈ ਨਾ, ਸੇਮ ਤੁਸੀਂ ਲਿਖ ਦੇਣਾ ਹੈ ਕਿ ਇਹ ਪੂਰਨ ਵਰਗ ਸੰਖਿਆ ਨਹੀਂ ਹੈ, ਕਿਉਂਕਿ ਕਿਸੇ ਵਰਗ ਸੰਖਿਆ ਦਾ ਇਕਾਈ ਅੰਕ 2, 3, 7 ਜਾਂ 8 ਨਹੀਂ ਹੋ ਸਕਦਾ। ਮੈਂ ਡਿਫਰੈਂਟ ਤਰੀਕੇ ਨਾਲ ਲਿਖਿਆ ਹੈ ਕਿ ਜਿੱਦਾਂ ਤੁਹਾਡਾ ਦਿਮਾਗ ਕਹੇ ਉਸ ਤਰੀਕੇ ਨਾਲ ਲਿਖ ਦਿਓ। ਪੰਜਾਬੀ 'ਚ ਲਿਖਣਾ ਹੈ, ਬਸ ਇਹੀ ਲਿਖਣਾ ਹੈ ਕਿ ਜਿਸ ਸੰਖਿਆ ਦਾ ਅਖੀਰਲਾ ਜਾਂ ਇਕਾਈ ਅੰਕ 2, 3, 7 ਜਾਂ 8 ਹੋਵੇ ਉਹ ਪੂਰਨ ਵਰਗ ਸੰਖਿਆ ਨਹੀਂ ਹੋ ਸਕਦੀ। ਆਪਣੀ ਤਰੀਕੇ ਨਾਲ ਆਪਣੇ ਵਰਡਿੰਗ ਦੇ ਵਿੱਚ ਤੁਸੀਂ ਲਿਖੋ। ਮੈਂ ਵੀ ਦੇਖੋ ਪਹਿਲੀ ਵਾਰੀ ਕੁਛ ਹੋਰ ਲਿਖਿਆ ਸੀ, ਦੂਜੀ ਵਾਰੀ ਕੁਛ ਹੋਰ ਲਿਖਿਆ ਹੈ, ਅਤੇ ਇਸੇ ਤਰੀਕੇ ਨਾਲ ਅਸੀਂ ਅਗਲੇ ਸਵਾਲ ਦੇ ਵਿੱਚ ਵੀ ਕੁਛ ਹੋਰ ਲਿਖ ਸਕਦੇ ਹਾਂ। ਬਟ ਹੁਣ ਤੁਸੀਂ ਅਗਲੇ ਦੇਖੋ, ਸਾਰਿਆਂ ਦੀ ਵਰਡਿੰਗ ਸੇਮ ਹੈ। ਮੈਂ ਤੀਜਾ ਪਾਰਟ, ਚੌਥਾ ਪਾਰਟ ਅਤੇ 6ਵਾਂ ਪਾਰਟ ਪਹਿਲਾਂ ਇਕੱਠਾ ਲਿਖਿਆ ਹੈ, ਧਿਆਨ ਨਾਲ ਦੇਖਿਓ, ਕਿਉਂਕਿ ਇਹਨਾਂ ਦੇ ਸਾਰੇ ਦੇ ਇਕਾਈ ਅੰਕ 2 ਜਾਂ 8, ਜਦ ਕਿ ਆਪਾਂ ਨੂੰ ਪਤਾ ਹੈ ਕਿ ਜਿਹਦਾ ਇਕਾਈ ਅੰਕ 2 ਅਤੇ 8 ਹੋਵੇ ਉਹ ਵਰਗ ਸੰਖਿਆ ਨਹੀਂ ਹੋ ਸਕਦੀ। ਇਸ ਕਰਕੇ ਇਹ ਸੰਖਿਆਵਾਂ ਪੂਰਨ ਵਰਗ ਸੰਖਿਆ ਨਹੀਂ ਹਨ, ਕਿਉਂਕਿ ਇਹਨਾਂ ਦਾ ਇਕਾਈ ਅੰਕ 2 ਜਾਂ 8 ਹੈ। ਠੀਕ ਹੈ, ਆਪਣੀ ਵਰਡਿੰਗ 'ਚ ਲਿਖ ਦਿਓ। ਇਹ ਤੋਂ ਬਾਅਦ 3 ਭਾਗ ਸਾਡੇ ਕੋਲ ਹੈਗੇ ਆ, 5ਵਾਂ, 7ਵਾਂ ਅਤੇ 8ਵਾਂ। ਇਹਨਾਂ ਵਿੱਚ ਅਖੀਰਲਾ ਅੰਕ 0 ਹੈ, ਜਦਕਿ ਮੈਂ ਤੁਹਾਨੂੰ ਕਿਹਾ ਹੈ ਕਿ 2, 3, 7, 8 ਵਾਲੇ ਹੀ ਪੂਰਨ ਵਰਗ ਨਹੀਂ ਹੋ ਸਕਦੇ। ਐਕਚੁਅਲੀ ਇੱਦਾਂ ਦੀ ਗੱਲ ਨਹੀਂ ਹੈ ਕਿ ਜਿਨ੍ਹਾਂ ਦਾ ਇਕਾਈ ਅੰਕ 2, 3, 7, 8 ਤੋਂ ਇਲਾਵਾ ਹੈ ਉਹ ਸਾਰੀ ਵਰਗ ਸੰਖਿਆ ਹੋਣਗੀਆਂ, ਪਰ ਇਹ ਕੰਡੀਸ਼ਨ ਟਰੂ ਹੈ ਕਿ ਜਿਨ੍ਹਾਂ ਦਾ ਇਕਾਈ ਅੰਕ 2, 3, 7, 8 ਹੈ ਉਹ ਕਦੇ ਵਰਗ ਸੰਖਿਆ ਨਹੀਂ ਹੋ ਸਕਦੀ। ਹੁਣ 0 ਹੋਣਾ ਜ਼ਰੂਰੀ ਨਹੀਂ ਹੈ ਕਿ ਉਹ ਵਰਗ ਸੰਖਿਆ ਹੋਏਗੀ। ਹੁਣ ਇੱਕ ਦੂਜੀ ਗੱਲ, 0 ਦੀ ਇੱਕ ਹੋਰ ਕੰਡੀਸ਼ਨ ਹੁੰਦੀ ਹੈ ਕਿ ਅਖੀਰ ਵਿੱਚ 0 ਜਿਸ ਸੰਖਿਆਵਾਂ ਮਤਲਬ 2, 4, 6, 8 ਇੱਦਾਂ ਹੋਣੇ ਚਾਹੀਦੇ ਆ। ਇਹਦੇ ਵਿੱਚ 0 ਕਿੰਨੇ ਦੇਖੋ, ਟਾਂਗ ਆ, 1, 2, 3 ਆ, ਅਤੇ ਇਹ ਵਰਗ ਸੰਖਿਆ ਨਹੀਂ ਹੋ ਸਕਦੀ। ਇਹਦੇ ਵਿੱਚ ਸਿਫਰ ਕਿੰਨੇ ਆ, 0 ਕਿੰਨੇ ਆ, 3, ਇਹ ਵੀ ਵਰਗ ਸੰਖਿਆ ਨਹੀਂ ਹੋ ਸਕਦੀ। ਇਹਦੇ ਵਿੱਚ ਕਿੰਨੇ ਆ, 1, ਇਹ ਵੀ ਵਰਗ ਸੰਖਿਆ ਨਹੀਂ ਹੋ ਸਕਦੀ। ਅਤੇ ਇਹਦੇ ਵਿੱਚ ਆਪਾਂ ਕੀ ਵਰਡਿੰਗ ਲਿਖ ਸਕਦੇ ਹਾਂ? ਆਪਾਂ ਲਿਖਾਂਗੇ ਕਿ ਇਹ ਸੰਖਿਆਵਾਂ ਪੂਰਨ ਵਰਗ ਨਹੀਂ ਹਨ, ਕਿਉਂਕਿ ਇਹਨਾਂ ਦੇ ਅੰਤ ਵਿੱਚ ਸਿਫਰਾਂ ਦੀ ਗਿਣਤੀ ਟਾਂਕ ਹੈ ਨਾ। ਤੇ ਹੁਣ 2 ਗੱਲਾਂ ਯਾਦ ਹੋ ਗਈਆਂ। ਜਿਨ੍ਹਾਂ ਦਾ ਇਕਾਈ ਅੰਕ 2, 3, 7 ਜਾਂ 8 ਹੋਵੇ ਸਿੱਧਾ ਹੀ ਕਹਿ ਦਿਓ ਕਿ ਉਹ ਵਰਗ ਸੰਖਿਆ ਨਹੀਂ ਹੈ। ਅਤੇ ਜਿਨ੍ਹਾਂ ਦੇ ਅੰਤ ਵਿੱਚ ਸਿਫਰਾਂ ਦੀ ਸੰਖਿਆ ਟਾਂਕ ਹੈ, 1 ਸਿਫਰ ਹੈ, 3 ਸਿਫਰ ਹੈ, ਇੱਦਾਂ, ਅਤੇ ਉਹ ਵੀ ਸਿੱਧਾ ਹੀ ਤੁਸੀਂ ਕਹਿ ਦੇਣਾ ਕਿ ਇਹ ਕਦੇ ਵੀ ਵਰਗ ਸੰਖਿਆ ਨਹੀਂ ਹੋ ਸਕਦੀ। ਇਹਨਾਂ ਦੋਨੋਂ ਤੋਂ ਇਲਾਵਾ ਜੇ ਕੋਈ ਹੋਰ ਆਵੇ ਫਿਰ ਤੁਹਾਨੂੰ ਗੁਣਨਖੰਡ ਬਣਾ ਕੇ ਦੇਖਣੇ ਪੈਣਗੇ, ਉਹ ਅਸੀਂ ਅੱਗੇ ਕਰਾਂਗੇ। ਫਿਲਹਾਲ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਵਾਲ ਦੇਖਦੇ ਹੀ ਪਤਾ ਲੱਗ ਜਾਣ ਕਿ ਉਹ ਵਰਗ ਸੰਖਿਆ ਹੈ ਕਿ ਨਹੀਂ ਹੈ। ਇਸ ਤਰ੍ਹਾਂ ਸਾਡਾ ਇਸ ਅਭਿਆਸ 6.1 ਦਾ ਦੂਜਾ ਸਵਾਲ ਵੀ ਪੂਰਾ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਇਹ 1-1 ਨੰਬਰ ਵਾਲੇ ਸਵਾਲ ਵਿੱਚ ਆ ਜਾਂਦਾ ਹੈ, ਇਸ ਕਰਕੇ ਇਹਨੂੰ ਧਿਆਨ ਨਾਲ ਦੇਖਣਾ ਹੈ ਬੇਟਾ।